ਸਤਿ ਸ੍ਰੀ ਅਕਾਲ ਜੀ। ਮੈਂ ਅੱਜ ਤੁਹਾਨੂੰ ਆਪਣੀ ਜ਼ਿੰਦਗੀ ਦੀ ਇੱਕ ਅਭੁੱਲ ਯਾਦ ਸੁਣਾਉਣ ਲੱਗੀ ਹਾਂ। ਤੁਹਾਡੇ ਨਾਲ ਇੱਕ ਪੁਰਾਣੇ ਸਮੇਂ ਦੀ ਵਿਆਹ ਦੀ ਵੀਡੀਓ ਸਾਂਝੀ ਕਰਨ ਲੱਗੀ ਹਾਂ। ਪੁਰਾਣੇ ਸਮੇਂ ਵਿੱਚ ਵਿਆਹ ਬਿਲਕੁਲ ਅਲੱਗ ਤਰ੍ਹਾਂ ਦੇ ਹੀ ਕੀਤੇ ਜਾਂਦੇ ਸਨ। ਮੈਂ ਆਪਣੀਆਂ ਵੱਡੀਆਂ ਭੈਣਾਂ ਦੇ ਵਿਆਹਾਂ ਬਾਰੇ ਦੱਸਾਂਗੀ। ਜਦੋਂ ਮੇਰੇ ਸਭ ਤੋਂ ਵੱਡੀ ਭੈਣ ਦਾ ਵਿਆਹ ਹੋਇਆ, ਉਸ ਸਮੇਂ ਤਾਂ ਮੈਂ ਪੈਦਾ ਹੀ ਨਹੀਂ ਸੀ ਹੋਈ। ਪੁਰਾਣੇ ਸਮਿਆਂ ਵਿੱਚ ਅਜੀਬ ਗੱਲ ਹੁੰਦੀ ਸੀ। ਮਾਂ ਪਿਓ ਦੇ ਬੱਚੇ ਪੈਦਾ ਹੋਈ ਜਾਂਦੇ ਸੀ ਅਤੇ ਧੀਆਂ ਪੁੱਤਾਂ ਦੇ ਵਿਆਹ ਵੀ ਕਰ ਦਿੰਦੇ ਸੀ ਅਤੇ ਉਹਨਾਂ ਦੇ ਬੱਚੇ ਵੀ ਹੋਣ ਲੱਗ ਜਾਂਦੇ ਸੀ, ਕਿਉਂਕਿ ਉਸ ਸਮੇਂ 20 ਸਾਲ ਤੋਂ ਵੀ ਘੱਟ ਉਮਰ ਵਿੱਚ ਲੜਕੇ ਲੜਕੀਆਂ ਦੇ ਵਿਆਹ ਕਰ ਦਿੱਤੇ ਜਾਂਦੇ ਸੀ। ਮੇਰੇ ਮਾਮਾ ਦੱਸਦੇ ਹੁੰਦੇ ਸੀ ਕਿ ਜਦੋਂ ਤੇਰੀ ਵੱਡੀ ਭੈਣ ਦੀ ਸ਼ਾਦੀ ਸੀ ਤਾਂ ਮੇਰੇ ਪਾਸ 6 ਲੜਕੀਆਂ ਸਨ। ਜਿਸ ਦਿਨ ਵੱਡੀ ਭੈਣ ਦਾ ਵਿਆਹ ਸੀ, ਉਸ ਸਮੇਂ ਸਾਰੇ ਰਿਸ਼ਤੇਦਾਰਾਂ ਨੇ ਸਲਾਹ ਕੀਤੀ ਕਿ ਵੱਡੇ ਜਵਾਈ ਦੇ ਛੋਟੇ ਭਰਾ ਨੂੰ ਵੀ ਛੋਟੀ ਲੜਕੀ ਦਾ ਰਿਸ਼ਤਾ ਕਰ ਦਿੰਦੇ ਹਾਂ। ਉਸ ਸਮੇਂ ਬਰਾਤ ਰਾਤ ਰਹਿੰਦੀ ਹੁੰਦੀ ਸੀ। ਮਾਵਾਂ ਦੱਸਦੇ ਸੀ ਕਿ ਰਾਤੋਂ ਰਾਤ ਦੋਨੋਂ ਤਰਫੋਂ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਸਲਾਹ ਕਰ ਲਈ ਕਿ ਸਵੇਰੇ ਵੱਡੀ ਲੜਕੀ ਦੇ ਆਨੰਦ ਕਾਰਜ ਕਰਨ ਪਿੱਛੋਂ ਛੋਟੀ ਲੜਕੀ ਦੇ ਆਨੰਦ ਕਾਰਜ ਉਸ ਲੜਕੇ ਦੇ ਛੋਟੇ ਭਰਾ ਨਾਲ ਕਰ ਦੇਵਾਂਗੇ। ਉਸ ਸਮੇਂ ਸਾਰਾ ਕੁਝ ਮੇਰੀ ਛੋਟੀ ਭੈਣ ਵੀ ਦੇਖ ਰਹੀ ਸੀ ਅਤੇ ਸੁਣ ਵੀ ਰਹੀ ਸੀ ਕਿ ਮੇਰੇ ਵਿਆਹ ਦੀ ਹੀ ਗੱਲ ਕਰ ਰਹੇ ਹਨ। ਜਦੋਂ ਵੱਡੀ ਦੇ ਆਨੰਦ ਕਾਰਜ ਹੋ ਗਏ ਤਾਂ ਮਾਵਾਂ ਦੱਸਦੇ ਸੀ ਕਿ ਤੇਰੀ ਛੋਟੀ ਭੈਣ ਲੁਕ ਗਈ। ਸਾਰੇ ਜਣੇ ਉਸ ਨੂੰ ਲੱਭਣ ਲੱਗ ਗਏ, ਪਰ ਕਿਤੇ ਵੀ ਨਾ ਮਿਲੀ। ਕਹਿੰਦੇ ਚੁੱਪਚਾਪ ਲੱਭਦੇ ਫਿਰੀਏ ਕਿੱਥੇ ਗਈ, ਹੁਣ ਤਾਂ ਇੱਥੇ ਹੀ ਸੀ। ਉਦੋਂ ਘਰਾਂ ਵਿੱਚ ਸਮਾਨ ਰੱਖਣ ਲਈ ਪੜਛੱਤੀਆਂ ਬਣਾਈਆਂ ਹੁੰਦੀਆਂ ਸੀ। ਕਿਸੇ ਨੇ ਕਿਹਾ ਕਿ ਇਹ ਇੱਕ ਲੁਕਣ ਮਿੱਟੀ ਖੇਡਦੀਆਂ ਪੜਛੱਤੀ 'ਤੇ ਚੜ੍ਹਦੀਆਂ ਹੁੰਦੀਆਂ ਹਨ। ਪੜਛੱਤੀ 'ਤੇ ਦੇਖੋ। ਜਦੋਂ ਪੜਛੱਤੀ 'ਤੇ ਜਾ ਕੇ ਚੜ੍ਹ ਕੇ ਦੇਖਿਆ ਤਾਂ ਪੜਛੱਤੀ ਦੇ ਪੁਰਾਣੇ ਘੜਿਆਂ ਵਿੱਚ ਸਾਮਾਨ ਪਾ ਕੇ ਰੱਖ ਦਿੰਦੇ ਸਨ। ਉਹਨਾਂ ਘੜਿਆਂ ਦੇ ਪਿੱਛੇ ਲੁਕੀ ਬੈਠੀ, ਕਹਿੰਦੀ ਮੈਂ ਅਜੇ ਵਿਆਹ ਨਹੀਂ ਕਰਾਉਣਾ। ਮਾਮਾ ਦੱਸਦੇ ਹੁੰਦੇ ਸੀ ਕਿ ਮਸਾਂ ਪੜਛੱਤੀ ਤੋਂ ਉਤਾਰੀ। ਕਹਿੰਦੇ ਤੈਨੂੰ ਹਾਲੇ ਸਹੁਰੇ ਘਰ ਨਹੀਂ ਭੇਜਣਾ, ਸਿਰਫ ਇੱਕ ਵਾਰ ਹੀ ਵਿਆਹ ਕਰਾ ਕੇ ਸਹੁਰੇ ਜਾਣਾ ਹੈ, ਫਿਰ ਤੈਨੂੰ 5 ਸਾਲ ਬਾਅਦ ਸਹੁਰੇ ਭੇਜਾਂਗੇ। ਉਹਨਾਂ ਜ਼ਮਾਨਿਆਂ ਵਿੱਚ 5 ਸਾਲ ਬਾਅਦ ਮਕਲਾਵਾ ਦਿੰਦੇ ਹੁੰਦੇ ਸੀ। ਪਹਿਲਾਂ ਛੋਟੀਆਂ ਲੜਕੀਆਂ ਦਾ ਵਿਆਹ ਕਰ ਦਿੰਦੇ ਸੀ, ਪਰ 5-7 ਜਣੇ ਆ ਕੇ ਮਕਲਾਵਾ ਲੈ ਜਾਂਦੇ ਸੀ। ਉਸ ਸਮੇਂ ਲੜਕੀਆਂ ਦੀ ਕੋਈ ਵੀ ਨਹੀਂ ਸੀ ਸੁਣਦਾ। ਮੇਰੀ ਛੋਟੀ ਭੈਣ ਮਸਾਂ ਕਹਿੰਦੇ 15-16 ਸਾਲ ਦੀ ਹੀ ਸੀ। ਇਤਨੀ ਉਮਰ ਲੜਕੇ ਦੀ ਹੀ ਹੋਵੇਗੀ। ਸੋ ਮੇਰੀ ਵੱਡੀ ਤੋਂ ਛੋਟੀ ਭੈਣ ਨਾਲ ਵੀ ਇਸ ਤਰ੍ਹਾਂ ਬੀਤੀ। ਕਾਰਨ ਸੀ ਜ਼ਿਆਦਾ ਧੀਆਂ ਹੋਣ ਕਰਕੇ ਰਿਸ਼ਤੇਦਾਰ ਕਹਿੰਦੇ ਇੱਕ ਥਾਂ 'ਤੇ 2-2 ਨੂੰ ਵਿਆਹ ਦੇਵਾਂਗੇ। ਉਸ ਸਮੇਂ ਰਿਸ਼ਤੇਦਾਰਾਂ ਦੀ ਗੱਲ ਬਹੁਤ ਮੰਨਦੇ ਸਨ ਸਾਰੇ ਲੋਕ। ਹੁਣ ਵਾਂਗ ਕੋਈ ਆਪਣੀ ਮਰਜ਼ੀ ਨਹੀਂ ਸੀ ਕਰਦਾ। ਅਸੀਂ ਦੋਨੋਂ ਛੋਟੀਆਂ ਭੈਣਾਂ ਮੇਰੀ ਵੱਡੀ ਭੈਣ ਦੇ ਬੱਚਿਆਂ ਦੀ ਉਮਰ ਦੀ ਬਰਾਬਰ ਦੀਆਂ ਹਾਂ, ਕਿਉਂਕਿ ਅਸੀਂ ਬਹੁਤ ਲੇਟ ਪੈਦਾ ਹੋਈਆਂ, ਉਹ ਵੀ ਲੜਕੇ ਦੀ ਇੱਛਾ ਕਰਕੇ। ਤੀਜੇ ਨੰਬਰ ਵਾਲੀ ਭੈਣ ਦਾ ਵਿਆਹ ਮੇਰੇ ਯਾਦ ਹੈ, ਕਿਉਂਕਿ 1970 ਦੀ ਗੱਲ ਹੈ, ਜਦੋਂ ਮੈਂ 12-13 ਸਾਲ ਦੀ ਹੋਵਾਂਗੀ। ਪਹਿਲਾਂ ਭੈਣ ਦਾ ਸ਼ਗਨ ਪਾਉਣ ਗਏ। ਉਸ ਸਮੇਂ ਸ਼ਗਨ ਲੜਕੀ ਵਾਲੇ ਲੈ ਕੇ ਲੜਕੇ ਵਾਲਿਆਂ ਦੇ ਘਰ ਜਾਂਦੇ ਹੁੰਦੇ ਸੀ। ਸਿਰਫ ਆਦਮੀ ਹੀ ਜਾਂਦੇ ਸਨ, 10-12 ਜਣੇ। ਲੜਕੇ ਦੇ ਘਰ ਜਾ ਕੇ ਪੰਚਾਇਤ ਵਿੱਚ ਲੜਕੇ ਦੇ ਪੱਲੇ ਸ਼ਗਨ ਪਾ ਆਉਂਦੇ ਸੀ। ਸੋ ਇਸ ਤਰ੍ਹਾਂ ਹੀ ਮੇਰੀ ਛੋਟੀ ਭੈਣ ਦਾ ਸ਼ਗਨ ਲੈ ਕੇ ਗਏ। ਵਾਪਸੀ 'ਤੇ ਉਸ ਦੇ ਸਹੁਰਿਆਂ ਨੇ ਲੜਕੀ ਲਈ ਸ਼ਗਨ ਬਾਪੂ ਜੀ ਹੋਰਾਂ ਨੂੰ ਹੀ ਫੜਾ ਦਿੱਤਾ। ਸੂਟ ਸੀ ਅਤੇ ਲੱਡੂ, ਬਾਕੀ ਸ਼ਗਨ ਵਾਲੀ ਗੁਥਲੀ। ਮੇਰੇ ਥੋੜ੍ਹਾ ਯਾਦ ਹੈ ਕਿ ਦੂਜੀ ਸਵੇਰ ਸਾਰੇ ਸ਼ਰੀਕੇ ਨੇ ਇਕੱਠੇ ਹੋ ਕੇ ਮੇਰੀ ਭੈਣ ਦੀ ਝੋਲੀ ਵਿੱਚ ਸ਼ਗਨ ਵਾਲੀ ਗੁਥਲੀ ਰੱਖ ਦਿੱਤੀ, ਮਹਿੰਦੀ ਲਾਈ ਅਤੇ ਲਾਲ ਫੁਲਕਾਰੀ ਉਸਦੇ ਸਿਰ 'ਤੇ ਦਿੱਤੀ। ਇਸ ਤਰ੍ਹਾਂ ਫਿਰ ਸਾਰਿਆਂ ਨੇ ਉਸ ਦੀ ਝੋਲੀ ਵਿੱਚ ਸ਼ਗਨ ਪਾਇਆ। ਉਸ ਸਮੇਂ ਮੰਗਣੀ ਕਰਕੇ 1-2 ਸਾਲ ਬਾਅਦ ਵਿਆਹ ਕਰਦੇ ਸੀ। ਫਿਰ ਵਿਆਹ ਧਰ ਦਿੱਤਾ। ਉਸ ਸਮੇਂ ਬਰਾਤਾਂ ਰਾਤ ਰਹਿੰਦੀਆਂ ਹੁੰਦੀਆਂ ਸੀ। ਸੋ ਗਰਮੀ ਦਾ ਮਹੀਨਾ ਸੀ। ਬਰਾਤ ਸ਼ਾਮ ਨੂੰ ਸਾਡੇ ਪਿੰਡ ਆਈ ਅਤੇ ਰਾਤ ਸਾਡੇ ਪਿੰਡ ਹੀ ਰਹੀ ਸੀ। ਉਸ ਸਮੇਂ ਪੈਲਸਾਂ ਵਿੱਚ ਵਿਆਹ ਨਹੀਂ ਸੀ ਹੁੰਦੇ। ਘਰਾਂ ਵਿੱਚ ਹੀ ਟੈਂਟ ਲਾਏ ਜਾਂਦੇ ਸਨ, ਜਿਨ੍ਹਾਂ ਨੂੰ ਤੰਬੂ ਕਿਹਾ ਜਾਂਦਾ ਸੀ। ਉਸ ਨੀਚੇ ਮੇਜ਼ ਕੁਰਸੀਆਂ ਖਾਣੇ ਲਈ ਲਾ ਦਿੰਦੇ ਸੀ, ਜਿੱਥੇ ਚਾਹ ਪਿਲਾਈ ਜਾਂਦੀ ਸੀ ਅਤੇ ਖਾਣਾ ਵੀ ਉੱਥੇ ਹੀ ਖਵਾਇਆ ਜਾਂਦਾ ਸੀ। ਬਰਾਤ ਦੇ ਠਹਿਰਨ ਲਈ ਹਥਾਈਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਅੱਜ ਕੱਲ੍ਹ ਧਰਮਸ਼ਾਲਾ ਦਾ ਨਾਮ ਦਿੱਤਾ ਗਿਆ ਹੈ। ਉਸ ਸਮਿਆਂ ਵਿੱਚ ਹਥਾਈ ਕਹਿੰਦੇ ਹੁੰਦੇ ਸੀ। ਆਪਣੇ ਰਿਸ਼ਤੇਦਾਰ ਅਤੇ ਸ਼ਰੀਕੇ ਦੇ ਮੁੰਡੇ ਇਕੱਠੇ ਹੋ ਕੇ ਸਾਰੇ ਪਿੰਡ ਵਿੱਚੋਂ ਮੰਜੇ ਅਤੇ ਬਿਸਤਰੇ ਇਕੱਠੇ ਕਰਦੇ ਅਤੇ ਫਿਰ ਹਥਾਈ ਵਿੱਚ ਮੰਜੇ ਡਾਹ ਕੇ ਬਿਸਤਰੇ ਵਿਛਾ ਦਿੱਤੇ ਜਾਂਦੇ, ਤਾਂ ਜੋ ਬਰਾਤ ਦੀ ਸੇਵਾ ਵਧੀਆ ਹੋ ਸਕੇ। ਜਦੋਂ ਬਿਸਤਰੇ ਇਕੱਠੇ ਕਰਨੇ ਤਾਂ ਮੁੰਡਿਆਂ ਨੇ ਕਹਿਣਾ ਕਿ ਭਾਈ ਬਿਸਤਰਾ ਵਧੀਆ ਅਤੇ ਸਾਫ਼ ਸੁਥਰਾ ਹੋਵੇ, ਬਰਾਤ ਲਈ ਚਾਹੀਦਾ ਹੈ।
ਉਦੋਂ ਹੁਣ ਦੀ ਤਰ੍ਹਾਂ ਗੁਰਦੁਆਰਿਆਂ ਸਾਹਿਬ ਤੋਂ ਬਿਸਤਰਾ ਨਹੀਂ ਸੀ ਲਿਆਂਦੇ ਜਾਂਦੇ ਅਤੇ ਨਾ ਹੀ ਗੁਰਦੁਆਰਿਆਂ ਸਾਹਿਬ ਵਿੱਚ ਬਿਸਤਰੇ ਹੁੰਦੇ ਸੀ। ਪਿੰਡ ਵਿੱਚ ਸਾਂਝੇ ਭਾਂਡੇ ਜ਼ਰੂਰ ਹੁੰਦੇ ਸੀ, ਜਿਸ ਨੂੰ ਭਾਂਡਿਆਂ ਦੀ ਬੇਲ ਕਿਹਾ ਜਾਂਦਾ ਸੀ। ਸੋ ਪਿੰਡ ਦੇ ਮੋਢੀ ਬੰਦੇ ਨੂੰ ਸੰਭਾਈ ਹੁੰਦੀ ਸੀ। ਵਿਆਹ ਤੋਂ ਪਹਿਲਾਂ ਉਸ ਮੋਢੀ ਬੰਦੇ ਤੋਂ ਭਾਂਡਿਆਂ ਦੀ ਬੇਲ ਵਿਆਹ ਵਾਲੇ ਆਪਣੇ ਘਰ ਲੈ ਜਾਂਦੇ ਸੀ ਅਤੇ ਸਾਰਾ ਸਰ ਜਾਂਦਾ ਸੀ। ਵਿਆਹਾਂ 'ਤੇ ਆਪਣੀ ਹੈਸੀਅਤ ਮੁਤਾਬਕ ਹੀ ਖਰਚਾ ਕੀਤਾ ਜਾਂਦਾ ਸੀ, ਦੇਖੋ ਦੇਖੀ ਨਹੀਂ ਸੀ ਕੀਤਾ ਜਾਂਦਾ। ਹੁਣ ਦੇ ਸਮੇਂ ਦੀ ਤਰ੍ਹਾਂ ਇਹ ਸੀ ਮੇਰੀ ਅਭੁੱਲ ਯਾਦ ਜੋ ਮੇਰੇ ਯਾਦਾਂ ਦੇ ਖਜ਼ਾਨੇ 'ਚੋਂ ਨਿਕਲੀ। ਜੇਕਰ ਇਹ ਤੁਹਾਨੂੰ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਤਾਂ ਜੋ ਤੁਸੀਂ ਮੇਰੀ ਅਗਲੀ ਵੀਡੀਓ ਜਲਦੀ ਹੀ ਦੇਖ ਸਕੋ। ਸਤਿ ਸ੍ਰੀ ਅਕਾਲ ਜੀ।